क्वेश्चन नंबर 12, if a vector dot b vector is equal to mode of a vector cross b vector, then angle between vector a and vector b is। हाँ जी, इस क्वेश्चन ਦੇ ਵਿੱਚ ਸਾਨੂੰ ਜੋ ਹੈ ਵੇਖੋ a ਵੈਕਟਰ ਤੇ b ਵੈਕਟਰ ਦਾ ਜਿਹੜਾ ਡੋਟ ਪ੍ਰੋਡਕਟ ਹੈ, ਠੀਕ ਹੈ, ਇਹ ਨਾ ਇਕੁਅਲ ਦੇ ਰੱਖਿਆ ਹੈ a ਵੈਕਟਰ ਤੇ b ਵੈਕਟਰ ਦੇ ਕ੍ਰੋਸ ਪ੍ਰੋਡਕਟ ਦੇ। ਤੇ ਸਾਨੂੰ ਜੋ ਹੈ ਇਸ ਸਵਾਲ ਦੇ ਵਿੱਚ ਐਂਗਲ ਬਿਟਵੀਨ ਵੈਕਟਰ a ਐਂਡ ਵੈਕਟਰ b ਜੋ ਹੈ ਇਹ ਕੈਲਕੂਲੇਟ ਕਰਨਾ ਹੈ, ਠੀਕ ਹੈ ਜੀ। ਸਾਨੂੰ ਗਿਵਨ ਹੈ ਵੀ a ਵੈਕਟਰ ਡੋਟ b ਵੈਕਟਰ ਇਹ ਜੋ ਹੈ ਇਕੁਅਲ ਹੈ ਮੋਡ ਆਫ a ਵੈਕਟਰ ਕ੍ਰੋਸ b ਵੈਕਟਰ ਦੇ। ਹਾਂਜੀ, ਹੁਣ ਦੇਖੋ ਅਸੀਂ ਡੋਟ ਪ੍ਰੋਡਕਟ ਤੇ ਕ੍ਰੋਸ ਪ੍ਰੋਡਕਟ ਦਾ ਜੋ ਫਾਰਮੂਲਾ ਹੁੰਦਾ ਹੈ ਦੋ ਵੈਕਟਰਸ ਵਾਸਤੇ, ਉਹੀ ਜੋ ਹੈ ਇੱਥੇ ਲਿਖਣਾ ਹੈ। ਤਾਂ ਦੇਖੋ a ਵੈਕਟਰ ਡੋਟ b ਵੈਕਟਰ ਦੀ ਥਾਂ ਤੇ ਅਸੀਂ ਲਿਖ ਸਕਦੇ ਹਾਂ ਮੋਡ ਆਫ a ਤੇ ਮੋਡ ਆਫ b ਵੈਕਟਰ, ਨਾਲ ਕੀ ਲੱਗੇਗਾ ਕੋਸ ਥੀਟਾ। ਹਾਂਜੀ, ਤੇ a ਵੈਕਟਰ ਕ੍ਰੋਸ b ਵੈਕਟਰ ਜੋ ਹੈ ਇਹ ਕਿਹਦੇ ਇਕੁਅਲ ਹੁੰਦਾ ਹੈ, ਮੋਡ ਆਫ a ਵੈਕਟਰ ਤੇ ਮੋਡ ਆਫ b ਵੈਕਟਰ ਤੇ ਸਾਈਨ ਥੀਟਾ। ਹਾਂਜੀ, ਨਾਲ ਅਸੀਂ ਡੋਟ ਦੇ ਵਿੱਚ ਐਨ ਕੈਪ ਵੀ ਲਗਾਉਂਦੇ ਹੁੰਦੇ ਹਾਂ ਯੂਨਿਟ ਡਾਇਰੈਕਸ਼ਨ ਵਾਸਤੇ, ਤੇ ਉਸ ਦੀ ਜੋ ਹੈ ਇੱਥੇ ਕੋਈ ਖਾਸ ਇਤਨੀ ਜੋ ਹੈ ਜ਼ਰੂਰਤ ਨਹੀਂ ਹੈ। ਦੇਖੋ ਜਿਹੜਾ ਤਾਂ ਡੋਟ ਪ੍ਰੋਡਕਟ ਸੀ ਉਹਦੇ ਵਿੱਚ ਕੋਸ ਥੀਟਾ ਆਉਂਦਾ ਹੈ, ਤੇ ਜਿਹੜਾ ਕ੍ਰੋਸ ਪ੍ਰੋਡਕਟ ਹੁੰਦਾ ਹੈ ਉਹਦੇ ਵਿੱਚ ਸਾਈਨ ਥੀਟਾ ਆਉਂਦਾ ਹੈ, ਠੀਕ ਹੈ ਜੀ। ਹਾਂਜੀ, ਹੁਣ a ਵਾਲਾ a ਵੈਕਟਰ b ਵੈਕਟਰ ਜੋ ਹੈ ਇੱਥੇ ਡਿਨੋਮੀਨੇਟਰ ਦੇ ਵਿੱਚ ਸ਼ਿਫਟ ਹੋ ਜਾਏਗਾ। ਜ਼ਰਾ ਧਿਆਨ ਨਾਲ ਦੇਖਣਾ, ਮੈਂ ਇਹ ਕਹਿ ਰਿਹਾ a ਵੈਕਟਰ ਤੇ b ਵੈਕਟਰ ਜੋ ਹੈ ਮੋਡ ਆਫ a ਵੈਕਟਰ ਮੋਡ ਆਫ b ਵੈਕਟਰ ਜੋ ਹੈ ਇੱਥੇ ਡਿਨੋਮੀਨੇਟਰ ਦੇ ਵਿੱਚ ਸ਼ਿਫਟ ਕਰ ਦਾਂਗੇ ਇਵੇਂ। ਹਾਂਜੀ, ਤੇ a ਵਾਲਾ ਮੋਡ ਆਫ a ਵੈਕਟਰ ਇਸ ਨਾਲ ਕੈਂਸਲ ਆਊਟ, a ਵਾਲਾ ਮੋਡ ਆਫ b ਵੈਕਟਰ ਇਸ ਨਾਲ ਜੋ ਹੈ ਕੈਂਸਲ ਆਊਟ। ਤਾਂ ਸਾਡੇ ਕੋਲ ਫਾਈਨਲ ਕੀ ਰਹਿ ਗਿਆ, ਫਾਈਨਲ ਸਾਡੇ ਕੋਲ ਰਹਿ ਜਾਏਗਾ ਲੈਫਟ ਹੈਂਡ ਸਾਈਡ ਤੇ ਕੋਸ ਥੀਟਾ ਬਰਾਬਰ ਹੈ ਇਕੁਅਲ ਹੈ ਸਾਈਨ ਥੀਟਾ ਦੇ। ਹਾਂਜੀ, ਤਾਂ ਸਾਡੇ ਕੋਲ ਜੋ ਹੈ ਕੋਸ ਥੀਟਾ ਬਰਾਬਰ ਹੈ ਸਾਈਨ ਥੀਟਾ ਦੇ, ਇਹ ਜੋ ਹੈ ਰਹਿ ਜਾਏਗਾ। ਅਸੀਂ ਇਸ ਕੁਐਸਚਨ ਦੇ ਵਿੱਚ ਕੱਢਣਾ ਕੀ ਹੈ, ਅਸੀਂ ਨਾ ਇਹੀ ਥੀਟਾ ਜੋ ਕਿ ਐਂਗਲ ਹੈ ਬਿਟਵੀਨ ਦਾ ਵੈਕਟਰ a ਵੈਕਟਰ ਐਂਡ b ਵੈਕਟਰ, ਇसी ਨੂੰ ਜੋ ਹੈ ਅਸੀਂ ਕੈਲਕੂਲੇਟ ਕਰਨਾ ਹੈ। ਹੁਣ ਇਹਦੇ ਵਾਸਤੇ ਅਸੀਂ ਕੀ ਕਰਾਂਗੇ, ਦੇਖੋ ਜੇਕਰ ਮੈਂ ਇਵੇਂ ਲਿਖ ਲਾਂ ਵੀ ਕੋਸ ਥੀਟਾ ਮਲਟੀਪਲਾਈਡ ਬਾਈ 1, ਕੋਈ ਫਰਕ ਤਾਂ ਨਹੀਂ ਪਏਗਾ। ਸਾਈਨ ਥੀਟਾ ਨੂੰ ਐਜ਼ ਇਟ ਇਜ਼ ਰਹਿਣ ਦਿਓ। ਹੁਣ ਇਹ ਵਾਲਾ 1 ਤਾਂ ਲੈਫਟ ਹੈਂਡ ਸਾਈਡ ਤੇ ਹੀ ਰਹਿਣ ਦਿਓ, ਤੇ ਜਿਹੜਾ ਇਹ ਕੋਸ ਥੀਟਾ ਹੈ ਨਾ ਇਹ ਸਾਈਨ ਥੀਟਾ ਦੇ ਡਿਨੋਮੀਨੇਟਰ ਦੇ ਵਿੱਚ ਜੋ ਹੈ ਇਹਨੂੰ ਸ਼ਿਫਟ ਕਰ ਦਿਓ। ਹਾਂਜੀ, 1 ਇਜ਼ ਇਕੁਅਲ ਟੂ ਸਾਈਨ ਥੀਟਾ ਅਪੋਨ ਕੋਸ ਥੀਟਾ। ਹਾਂਜੀ, ਤਾਂ ਸਾਈਨ ਥੀਟਾ ਅਪੋਨ ਕੋਸ ਥੀਟਾ ਇਹ ਕਿਹਦੇ ਇਕੁਅਲ ਹੁੰਦਾ ਹੈ, ਇਹ ਹੁੰਦਾ ਇਕੁਅਲ ਟੈਨ ਥੀਟਾ ਦੇ। 1 ਇਜ਼ ਇਕੁਅਲ ਟੂ ਟੈਨ ਥੀਟਾ। ਹੁਣ ਦੇਖੋ ਟੈਨ ਥੀਟਾ ਦੀ ਵੈਲਿਊ ਇਕੁਅਲ ਟੂ 1 ਆ ਰਹੀ ਹੈ, ਇਸ ਤੋਂ ਸਾਨੂੰ ਜੋ ਹੈ ਕੀ ਪਤਾ ਲੱਗਦਾ ਹੈ ਵੀ ਜੋ ਥੀਟਾ ਹੈ ਉਹ ਪਾਈ ਬਾਈ 4 ਹੈ, ਕਿਉਂਕਿ 45 ਡਿਗਰੀ ਤੇ ਹੀ 45 ਡਿਗਰੀ ਤੇ ਹੀ ਜੋ ਹੈ ਟੈਨ ਦੀ ਜੋ ਵੈਲਿਊ ਹੈ ਉਹ 1 ਹੁੰਦੀ ਹੈ, ਠੀਕ ਹੈ। ਤਾਂ ਇੱਥੇ ਅਸੀਂ ਲਿਖ ਸਕਦੇ ਹਾਂ ਥੀਟਾ ਇਜ਼ ਇਕੁਅਲ ਟੂ ਪਾਈ ਬਾਈ 4। ਦੇਖੋ ਟੈਨ 45 ਦੇ ਵਿੱਚ ਕੀ ਹੁੰਦਾ ਹੈ, ਸਾਈਨ 45 ਦਾ 0 1 ਤੇ 2 ਅਪੋਨ 4 1 ਅਪੋਨ ਸਕੁਏਅਰ ਰੂਟ 2 ਹੋ ਗਿਆ। ਹਾਂਜੀ, ਸਾਈਨ 45 ਦਾ 1 ਅਪੋਨ ਸਕੁਏਅਰ ਰੂਟ 2, ਕੋਸ 45 ਦਾ ਵੀ 1 ਅਪੋਨ ਸਕੁਏਅਰ ਰੂਟ 2 ਆਪਸ ਦੇ ਵਿੱਚ ਕੈਂਸਲ ਆਊਟ ਹੋ ਕੇ 1 ਹੀ ਬਚਦਾ ਹੈ, ਠੀਕ ਹੈ। ਤਾਂ ਟੈਨ ਥੀਟਾ ਜੇਕਰ ਅਗਰ ਇਕੁਅਲ ਟੂ 1 ਹੈ,
इट मीन्स कि थीटा जो है वो पाई बाय 4 45 डिग्री ਨੂੰ ਜੋ ਹੈ ਰਿਪਰੈਜ਼ੈਂਟ ਕਰ ਰਿਹਾ ਹੈ। ਪਾਈ ਦੀ ਵੈਲਿਊ ਜੋ ਹੈ 180 ਡਿਗਰੀ ਹੁੰਦੀ ਹੈ 180 ਡਿਗਰੀ, ਉਸ ਨੂੰ 4 ਨਾਲ ਡਿਵਾਈਡ ਕਰਾਂਗੇ ਤਾਂ 45 ਡਿਗਰੀ। ਥੀਟਾ ਇਜ਼ ਇਕੁਅਲ ਟੂ ਪਾਈ ਬਾय 4 45 ਡਿਗਰੀ ਇਜ਼ ਦਾ ਰਾਈਟ ਆਨਸਰ। ਹਾਂਜੀ, ਤਾਂ ਦੇਖ ਲੈਂਦੇ ਹਾਂ ਜੀ ਆਪਸ਼ਨਸ ਕਿਹੜੇ ਹੈ ਸਾਡੇ ਕੋਲ। ऑप्शन सी जो है पाई बाय 4 इज द राइट आंसर। नेक्स्ट क्वेश्चन है जी, ए वेक्टर डॉट बी वेक्टर इज इक्वल टू 0 देन एंगल बिटवीन वेक्टर्स ए वेक्टर एंड बी वेक्टर इज। हाँ जी, इत्थे जेकर ए वैक्टर ਤੇ बी वैक्टर ਨੂੰ ਨੋਨ ਜ਼ੀਰੋ ਜੋ ਹੈ ਵੈਕਟਰ ਜੋ ਹੈ ਡਿਫਾਈਨ ਕਰ ਦਿੰਦੇ ਤਾਂ ਥੋੜਾ ਜਿਹਾ ਬੈਟਰ ਰਹਿੰਦਾ। ਠੀਕ ਹੈ, ਚਲੋ ਇਹਨਾਂ ਨੇ ਡਿਫਾਈਨ ਨਹੀਂ ਵੀ ਕੀਤਾ ਹੈ। ਜੇਕਰ ਏ ਵੈਕਟਰ ਤੇ ਬੀ ਵੈਕਟਰ ਨੂੰ ਐਜ਼ ਅ ਨੋਨ ਜ਼ੀਰੋ ਵੈਕਟਰ ਤਾਂ ਅਸੀਂ ਐਜ਼ਿਊਮ ਕਰਕੇ ਚੱਲ ਲਾਂਗੇ। ਤਾਂ ਡੋਟ ਪ੍ਰੋਡਕਟ ਜੋ ਹੈ ਸਾਨੂੰ ਇਕੁਅਲ ਟੂ 0 ਦੇ ਰੱਖਿਆ ਹੈ ਤੇ ਸਾਨੂੰ ਜੋ ਹੈ ਐਂਗਲ ਦੱਸਣਾ ਹੈ ਵੈਕਟਰਸ ਏ ਵੈਕਟਰ ਔਰ ਬੀ ਵੈਕਟਰ ਦੇ ਵਿੱਚ। हाँ जी, ए वैक्टर डॉट बी वैक्टर इज इक्वल टू 0 ਇਹ ਜੋ ਹੈ ਡਿਫਾਈਨ ਕਰਕੇ ਦੇ ਰੱਖਿਆ ਸਾਨੂੰ ਤੇ ਇਹਨਾਂ ਦੋਵਾਂ ਦੇ ਵਿਚਕਾਰ ਜੋ ਐਂਗਲ ਹੈ ਉਹ ਸਾਨੂੰ ਦੱਸਣਾ ਹੈ। ਤਾਂ ਇਹ ਅਸੀਂ ਜਾਣਦੇ ਹਾਂ, ਪਿਛਲੇ ਵਾਲੇ ਕੁਐਸਚਨ ਦੇ ਵਿੱਚ ਵੀ ਜੋ ਹੈ ਇਸ ਨੂੰ ਅਪਲਾਈ ਕੀਤਾ ਸੀ ਵੀ ਜੋ ਡਾਟ ਪ੍ਰੋਡਕਟ ਹੈ ਉਹ ਇਕੁਅਲ ਹੁੰਦਾ ਹੈ ਮੋਡ ਆਫ ਏ ਵੈਕਟਰ ਮੋਡ ਆਫ ਬੀ ਵੈਕਟਰ ਤੇ ਕੋਸ ਥੀਟਾ ਇਕੁਅਲ ਟੂ 0 ਦੇ। ਹਾਂਜੀ, ਇੱਥੇ ਨਾ ਮੈਂ ਬਸ ਇਹੀ ਕਹਿ ਰਿਹਾ ਸੀ ਵੀ ए वैक्टर ਤੇ बी वैक्टर ਇਹ ਡਿਫਾਈਨ ਕਰ ਦਿੰਦੇ ਵੀ ਇਹ ਦੋਵੇਂ ਜੋ ਹੈ ਨੋਨ ਜ਼ੀਰੋ ਵੈਕਟਰਸ ਹੈ ਤਾਂ ਫਿਰ ਸਾਡੇ ਵਾਸਤੇ ਥੋੜਾ ਈਜ਼ੀ ਹੁੰਦਾ। ਠੀਕ ਹੈ, ਚਲੋ ਹਾਲੇ ਇਹਨਾਂ ਨੇ ਡਿਫਾਈਨ ਨਹੀਂ ਕੀਤਾ ਹੈ ਤਾਂ ਵੀ ਜੋ ਹੈ ਅਸੀਂ ਇਸ ਨੂੰ ਸੋਲਵ ਕਰ ਲੈਂਦੇ ਹਾਂ। ਦੇਖੋ ਜਿਹੜਾ ਮੋਡ ਆਫ ਬੀ ਵੈਕਟਰ ਹੈ ਤੇ ਕੋਸ ਥੀਟਾ ਹੈ ਇਸ ਨੂੰ ਹਾਲੇ ਇੱਧਰ ਹੀ ਰਹਿਣ ਦਿਓ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਜਿਹੜਾ ਮੋਡ ਆਫ ਏ ਵੈਕਟਰ ਹੈ ਇਸ ਨੂੰ 0 ਦੇ ਥੱਲੇ ਲੈ ਜਾਓ। ਠੀਕ ਹੈ, ਤਾਂ ਮੋਡ ਆਫ ਏ ਵੈਕਟਰ ਜੋ ਹੈ 0 ਦੇ ਥੱਲੇ ਆ ਰਿਹਾ ਹੈ। 0 ਜੋ ਹੈ ਉਹ ਨਿਊਮਰੇਟਰ ਦੇ ਵਿੱਚ ਹੈ ਤਾਂ ਇਕੁਅਲ ਟੂ ਇਹ 0 ਹੀ ਹੋਏਗਾ। ਠੀਕ ਹੈ, ਇਵੇਂ ਹੀ ਹੁਣ ਇਹ ਜੋ ਮੋਡ ਆਫ ਬੀ ਵੈਕਟਰ ਹੈ, ਇੱਕ ਵਾਰੀ ਮੈਂ ਇਸ ਨੂੰ ਇਰੇਸ ਕਰਦਾ, 1 ਮਿੰਟ ਜ਼ਰਾ। ਜੇਕਰ ਨਿਊਮਰੇਟਰ ਦੇ ਵਿੱਚ 0 ਆ ਰਿਹਾ ਹੋਏ ਨਾ ਤੇ ਥੱਲੇ ਡਿਨੋਮੀਨੇਟਰ ਦੇ ਵਿੱਚ ਕੁਝ ਵੀ ਹੋਏ ਆਨਸਰ 0 ਹੀ ਮੰਨਿਆ ਜਾਂਦਾ ਹੈ। ਹਾਂਜੀ, ਤਾਂ ਇਹ ਵੈਕਟਰ ਤਾਂ ਇਹ ਖਤਮ ਹੋ ਚੁੱਕਿਆ ਹੈ। ਹੁਣ ਬੀ ਵੈਕਟਰ ਨੂੰ ਜੋ ਹੈ ਇਸ ਨੂੰ ਜੋ ਹੈ 0 ਦੇ ਥੱਲੇ ਇੱਥੇ ਡਿਨੋਮੀਨੇਟਰ ਦੇ ਵਿੱਚ ਜੋ ਹੈ ਲੈ ਕੇ ਜਾਓ। ਹਾਂਜੀ, ਤਾਂ ਇਕੁਅਲ ਟੂ ਇਹ ਵੀ ਜੋ ਹੈ 0 ਹੀ ਆਏਗਾ ਆਨਸਰ। ਤਾਂ ਸਾਡੇ ਕੋਲ ਫਾਈਨਲੀ ਬਚੇਗਾ ਕਿ ਵੀ ਕੋਸ ਥੀਟਾ ਇਜ਼ ਇਕੁਅਲ ਟੂ 0। ਜੇਕਰ ਨਿਊਮਰੇਟਰ ਦੇ ਵਿੱਚ 0 ਆ ਰਿਹਾ ਹੋਏ ਤਾਂ ਡਿਨੋਮੀਨੇਟਰ ਵਾਲੀ ਜੋ ਵੈਲਿਊ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਦੈਟ ਇਜ਼ ਇਕੁਅਲ ਟੂ 0। ਹਾਂਜੀ, ਤਾਂ ਫਾਈਨਲ ਸਾਡੇ ਕੋਲ ਬੱਚਾ ਹੈ ਕੋਸ ਥੀਟਾ ਇਜ਼ ਇਕੁਅਲ ਟੂ 0। ਹੁਣ ਦੇਖੋ, ਖੁਦ ਸੋਚੋ ਵੀ ਕੋਸ ਥੀਟਾ ਜੋ ਹੈ ਕਿੰਨਵੇਂ ਐਂਗਲ ਤੇ ਜੋ ਹੈ 0 ਹੁੰਦਾ ਹੈ। ਤਾਂ ਥੀਟਾ ਜੋ ਹੈ ਉਹ 90 ਡਿਗਰੀ ਹੋਏ ਤਾਂ ਜੋ ਹੈ ਕੋਸ ਥੀਟਾ ਇਕੁਅਲ ਟੂ 0 ਹੁੰਦਾ ਹੈ। ਠੀਕ ਹੈ, ਤਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਵੀ ਥੀਟਾ ਦੀ ਜੋ ਵੈਲਿਊ ਹੈ ਉਹ 90 ਡਿਗਰੀ, ਜਿਸ ਨੂੰ ਕਿ ਅਸੀਂ ਪਾਈ ਬਾਏ 2 ਵੀ ਜੋ ਹੈ ਕਹਿੰਦੇ ਹਾਂ, ਤਾਂ ਥੀਟਾ ਦੀ ਵੈਲਿਊ ਹੈ ਪਾਈ ਬਾਏ 2। ਇਹਦਾ ਰੀਜ਼ਨ ਕੀ ਹੈ ਵੀ ਜੋ ਕੋਸ ਹੈ ਉਹ 90 ਡਿਗਰੀ ਦੇ ਉੱਪਰ 90 ਡਿਗਰੀ ਦੇ ਉੱਪਰ ਜੋ ਹੈ 0 ਹੁੰਦਾ ਹੈ। ऑप्शन ए जो है पाई बाय 2 इज द राइट आंसर।